ਜੀ ਆਇਆਂ ਨੂੰ ਖੁਸ਼ ਆਮਦੀਦ। ਪਸ਼ੂ ਪਾਲਕਾਂ ਦੇ ਕਿਸਾਨ ਵੀਰਾਂ ਦੇ ਸਵਾਲਾਂ ਨਾਲ ਜੁੜਿਆ, ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟ੍ਰॉ ਰੀਪਰ, ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ ਲੈ ਹਾਜ਼ਰ ਹਾਂ ਮੈਂ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਵਿਸ਼ਾ ਹੈ ਅੱਜ ਦੀ ਵੱਛੀ ਕੱਲ ਦੀ ਗਾਂ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਮਾਹਿਰ ਨੇ ਡਾਕਟਰ ਸੁਮਿਤ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ। ਥੈਂਕ ਯੂ ਜੀ। ਡਾਕਟਰ ਸਾਹਿਬ, ਪਹਿਲਾ ਸਵਾਲ ਤੇ ਤੁਹਾਡੇ ਤੋਂ ਇਹੀ ਪੁੱਛਣਾ ਚਾਹਾਂਗਾ ਕਿ ਵੱਛੀ ਦੀ ਸਾਂਭ ਸੰਭਾਲ ਦੇ ਦੌਰਾਨ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਉਸ ਦੀ ਸਰੀਰਕ ਗਰੋਥ ਜਿਹੜੀ ਹੈ ਉਹ ਬਿਲਕੁਲ ਚੰਗੀ ਹੋਵੇ? ਹਾਂਜੀ, ਬਹੁਤ ਵਧੀਆ ਸਵਾਲ ਹੈ ਨਿਖਿਲ ਜੀ ਤੁਹਾਡਾ। ਜਿਵੇਂ ਆਪਾਂ ਛੋਟੀਆਂ ਬੱਚੀਆਂ ਕੱਟੀਆਂ ਨੂੰ ਕਹਿੰਦੇ ਆ ਕਿ ਇੱਕ ਡੇਅਰੀ ਫਾਰਮ ਦੇ ਉਹ ਨੀਂਹ ਹੈ, ਉਸੇ ਤਰ੍ਹਾਂ ਮੈਂ ਮੰਨਦਾ ਕਿ ਜਿਹੜੀਆਂ ਵੱਡੀਆਂ ਬੱਚੀਆਂ ਜਾਂ ਕੱਟੀਆਂ ਉਹ ਇੱਕ ਡੇਅਰੀ ਫਾਰਮ ਦੀ ਬੈਕਬੋਨ ਜਾਂ ਰੀੜ੍ਹ ਦੀ ਹੱਡੀ ਹੈ, ਕਿਉਂਕਿ ਉਹਨਾਂ ਨੇ ਹੀ ਗਾਂ ਜਾ ਕੇ ਵੱਡੀਆਂ ਗਾਵਾਂ ਜਾਂ ਮੱਝਾਂ ਬਣਨਾ ਅਤੇ ਦੁੱਧ ਦੇ ਕੇ ਸਾਨੂੰ ਸਾਡੇ ਡੇਅਰੀ ਫਾਰਮ 'ਚ ਜਿਹੜਾ ਸਾਨੂੰ ਪ੍ਰੋਫਿਟ ਆਉਂਦਾ ਉਹ ਦੇਣਾ। ਅਤੇ ਇਸ ਕਰਕੇ ਉਹਦੀ ਜਿਹੜੀ ਸ਼ੁਰੂਆਤ ਹੈ, ਪਹਿਲੀ ਗੱਲ ਤਾਂ ਉਹ ਮੁੱਢ ਤੋਂ ਹੀ ਹੋਣਾ ਜਿਹੜੀ ਹੈ ਬਹੁਤ ਜ਼ਰੂਰੀ ਹੈ। ਜਿਵੇਂ ਕਿ ਸੂਣ ਤੋਂ ਤੁਰੰਤ ਬਾਅਦ ਜਦੋਂ ਬੱਚਾ ਪੈਦਾ ਹੋ ਜਾਂਦਾ ਤਾਂ ਘੰਟੇ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਹਾਂ ਬੋਲੀ ਪਿਲਾਉਣੀ ਜਿਹੜੀ ਹੈ ਬਹੁਤ ਜ਼ਰੂਰੀ ਹੈ। ਉਹਦੇ ਬਾਅਦ 3 ਮਹੀਨਿਆਂ ਤੱਕ ਜਿਹੜਾ ਕਿ ਤੂੜੀ ਪੱਠਾ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਸਾਈਲੇਜ ਜਿਹੜਾ ਉਹ ਛੋਟੇ ਬੱਚੇ ਨੂੰ ਆਪਾਂ ਨਾ ਦਈਏ, ਕਿਉਂਕਿ ਉਹ ਉਸ ਚੀਜ਼ ਨੂੰ ਪਚਾਉਣ ਦੇ ਲਾਇਕ ਨਹੀਂ ਹੁੰਦਾ। ਅਤੇ 3 ਮਹੀਨਿਆਂ ਬਾਅਦ ਹੀ ਉਹਨੂੰ ਜਿਹੜਾ ਤੂੜੀ ਪੱਠਾ ਦੇਣਾ ਸ਼ੁਰੂ ਕਰੀਏ ਤਾਂ ਕਿ ਉਹਦੇ ਅੰਦਰ ਜਿਹੜੇ ਢਿੱਡ ਹੈ, ਜਿਹਨੂੰ ਆਪਾਂ ਰੂਮਨ ਕਹਿੰਦੇ ਹਾਂ, ਉਹਦਾ ਵਿਕਾਸ ਜਿਹੜਾ ਚੰਗੀ ਤਰੀਕੇ ਨਾਲ ਹੋ ਸਕੇ। ਉਹਦੇ ਬਾਅਦ ਜਦੋਂ 4 ਮਹੀਨਿਆਂ ਬਾਅਦ ਪਸ਼ੂ ਉਸ ਚੀਜ਼ ਨੂੰ ਖਾਣ ਦੇ ਕਾਬਿਲ ਹੋ ਜਾਂਦਾ, ਫਿਰ ਆਪਾਂ ਉਹਨੂੰ ਤੂੜੀ ਪੱਠਾ ਜਿਹੜਾ ਦਈਏ। ਨਾਲ ਇੱਕ ਚੰਗੀ ਬੱਛੀਆਂ ਵਾਲੀ ਫੀਡ ਜਿਹੜੀ ਹੈ ਉਹਨਾਂ ਨੂੰ ਦਈਏ ਤਾਂ ਕਿ ਉਹਨਾਂ ਦੀ ਜਿਹੜੀ ਸਰੀਰ ਦਾ ਵਿਕਾਸ ਹੈ ਉਹ ਚੰਗੀ ਤਰ੍ਹਾਂ ਹੋ ਸਕੇ। ਉਹਦੇ ਨਾਲ ਨਾਲ ਕੁਛ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਕਿ ਜਿਵੇਂ ਕਿ ਟਾਈਮ 'ਤੇ ਉਹਦੀ ਜਿਹੜੀ ਡਿਵਾਰਮਿੰਗ ਹੈ, ਮਤਲਬ ਕਿ ਮੱਲਾਪਾ ਰਹਿਤ ਕਰਨਾ ਬਹੁਤ ਜ਼ਰੂਰੀ ਹੈ। ਨਾਲ ਹੀ ਵੈਕਸੀਨੇਸ਼ਨ। ਕੁਛ ਐਸੀਆਂ ਬਿਮਾਰੀਆਂ ਹੁੰਦੀਆਂ ਜਿਹੜੀਆਂ ਹਰ ਸਾਲ ਪਸ਼ੂਆਂ ਦੇ ਵਿੱਚ ਆਉਂਦੀਆਂ, ਜਿਹਦੇ 'ਚ ਮੂੰਹ ਖੁਰ ਹੋ ਗਿਆ ਜਾਂ ਗਲ ਘੋਟੂ ਹੋ ਗਈ, ਜਾਂ ਇੱਕ ਬਿਮਾਰੀ ਜਿਹੜੀ ਆਪਣੇ ਡੇਅਰੀ ਫਾਰਮਰਾਂ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਕਰਦੀ ਹੈ, ਬਰੂਸੇਲੋਸਿਸ। ਉਹ ਜਿਹੜੀ ਵੈਕਸੀਨੇਸ਼ਨ ਹੈ, ਟੀਕਾਕਰਨ ਹੈ, ਉਹ ਬੱਚਿਆਂ ਦੇ ਵਿੱਚ 4 ਮਹੀਨਿਆਂ ਤੋਂ 8 ਮਹੀਨਿਆਂ ਦੇ ਵਿੱਚ ਹੁੰਦੀ ਹੈ। ਤਾਂ ਉਹ ਵੈਕਸੀਨ ਜਿਹੜੀ ਆਪਾਂ ਜ਼ਰੂਰ ਕਰਾਈਏ। ਤਾਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਆਪਣੀ ਬੱਚੀ ਦਾ ਵਿਕਾਸ ਜਿਹੜਾ ਉਹ ਚੰਗੀ ਤਰ੍ਹਾਂ ਕਰ ਸਕਦੇ। ਇਹਦਾ ਡਾਕਟਰ ਸਾਹਿਬ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਸਮੇਂ ਸਿਰ ਗੱਭਣ ਲਈ ਉਸ ਦੌਰਾਨ ਕਿਹੜੀਆਂ ਗੱਲਾਂ ਦਾ ਧਿਆਨ ਜਿਹੜਾ ਹੈ ਉਹ ਰੱਖਣਾ ਚਾਹੀਦਾ ਤਾਂ ਕਿ ਸਮੇਂ ਸਿਰ ਗੱਭਣ ਹੋ ਸਕੇ? ਬਿਲਕੁਲ। ਇਹ ਇੱਕ ਬਹੁਤ ਹੀ ਵੱਡੀ ਸਮੱਸਿਆ ਹੈ ਕਿ ਆਪਣੀ ਜਿਹੜੀਆਂ ਬੱਚੀਆਂ ਜਾਂ ਕੱਟੀਆਂ ਟਾਈਮ ਸਿਰ ਆਪਣਾ ਸੂਆ ਆਪਾਂ ਨਹੀਂ ਲੈ ਪਾਉਂਦੇ। ਉਹਦੇ ਲਈ ਮੈਂ ਉਹਦੀ ਫੀਡਿੰਗ ਜਾਂ ਉਹਦੇ ਖਾਣ ਪੀਣੇ 'ਤੇ ਧਿਆਨ ਰੱਖਣਾ ਜਿਹੜਾ ਬਹੁਤ ਜ਼ਰੂਰੀ ਹੈ ਕਿ ਇੱਕ ਬੈਲੈਂਸ TMR, ਜਿਹਦੇ ਵਿੱਚ ਕਿ ਹਰ ਇੱਕ ਜਿਹੜਾ ਤੱਤ ਹੈ ਜਿਹੜੀ ਉਹਦੀ ਸਰੀਰਕ ਵਿਕਾਸ ਅਤੇ ਬੱਚੇਦਾਨੀ ਦੀ ਵਿਕਾਸ ਲਈ ਜ਼ਰੂਰੀ ਹੈ, ਉਹਨੂੰ ਮਿਲਣਾ ਚਾਹੀਦਾ। ਜਿਵੇਂ ਕਿ ਅਗਰ ਆਪਾਂ ਗੱਲ ਕਰੀਏ ਕਿ ਉਹਦੀ ਸਰੀਰ ਦੀ ਜਿਹੜੀ ਹੈ ਪ੍ਰੋਟੀਨ ਦੀ ਰਿਕੁਆਇਰਮੈਂਟ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ। ਉਹਦਾ ਜਿਹੜਾ ਪੂਰਾ ਸਰੀਰ ਹੈ, ਇੱਕ ਨਹੁੰ ਤੋਂ ਲੈ ਕੇ ਇੱਕ ਬਾਲਾਂ ਤੱਕ, ਉਹਦੀ ਮਾਸ, ਉਹਦੀ ਹੱਡੀਆਂ ਸਭ ਪ੍ਰੋਟੀਨ ਦੇ ਨਾਲ ਹੀ ਬਣੀਆਂ ਹੋਈਆਂ। ਨਾਲ ਹੀ ਜਿਹੜੀ ਬੱਚੇਦਾਨੀ ਦੀ ਗਰੋਥ ਆ ਉਹ ਵੀ ਪ੍ਰੋਟੀਨ 'ਤੇ ਹੀ ਡਿਪੈਂਡ ਹੈ। ਤਾਂ ਆਪਾਂ ਉਹਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਪੂਰੀ ਕਰੀਏ। ਨਾਲ ਹੀ ਜਿਹੜੇ ਉਹਦੇ ਅੰਦਰ ਸਾਫ ਬਣ ਰਹੇ ਹੈ, ਜਿਹੜੇ ਕਿ ਰਿਪਰੋਡਕਸ਼ਨ ਲਈ ਜਾਂ ਉਹਦੇ ਗਰਭ ਧਾਰਨ ਕਰਨ ਲਈ ਬਹੁਤ ਜ਼ਰੂਰੀ ਹੈ, ਉਹ ਵੀ ਸਾਰੇ ਪ੍ਰੋਟੀਨ ਜਾਂ ਫੈਟ ਦੇ ਹਾਰਮੋਨਸ ਹੁੰਦੇ ਆ। ਅਤੇ ਇਸ ਕਰਕੇ ਉਹਦਾ ਜਿਹੜਾ ਬੈਲੈਂਸ TMR ਜਿਹੜਾ ਕਰਨਾ ਉਹ ਬਹੁਤ ਹੀ ਜ਼ਰੂਰੀ ਹੈ। ਇਹਦੇ ਨਾਲ ਜਿਹੜੇ ਕੁਛ ਤੱਤ ਆਪਾਂ ਕਹਿੰਦੇ ਹਾਂ, ਮਿਨਰਲਸ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੇ ਮਿਨਰਲਸ ਹੈ। ਕੁਛ ਮੈਕਰੋ ਮਿਨਰਲ, ਕੁਛ ਟਰੇਸ ਮਿਨਰਲ ਹੁੰਦੇ ਆ, ਜਿਵੇਂ ਕੈਲਸ਼ੀਅਮ, ਫਾਸਫੋਰਸ, ਮੈਗਨੀਸ਼ੀਅਮ। ਇਹ ਸਾਰੀ ਚੀਜ਼ਾਂ ਦੀ ਜਿਹੜੀ ਜ਼ਰੂਰਤ ਹੈ ਪਸ਼ੂਆਂ ਨੂੰ ਹੁੰਦੀ ਹੈ ਤਾਂ ਕਿ ਉਹਦੇ ਅੰਦਰ ਜਿਹੜੀ ਉਹਦੇ ਬੱਚੇਦਾਨੀ ਦਾ ਵਿਕਾਸ ਜਿਹੜਾ ਪ੍ਰੋਪਰ ਤਰੀਕੇ ਨਾਲ ਹੋ ਸਕੇ। ਇਸ ਕਰਕੇ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਉਹਦੇ ਸਰੀਰ ਦਾ ਵਿਕਾਸ ਵੀ ਕਰੀਏ, ਨਾਲੇ ਟਾਈਮ ਸਿਰ ਉਹਨਾਂ ਨੂੰ ਜਿਹੜੀ ਹੈ ਗੱਭਣ ਕਰਾਉਣ 'ਚ ਵੀ ਆਪਾਂ ਸਫਲ ਰਹੀਏ। ਡਾਕਟਰ ਸਾਹਿਬ, ਕਿਉਂਕਿ ਇਸ ਪ੍ਰੋਗਰਾਮ ਦੇ ਜ਼ਰੀਏ ਪਸ਼ੂ ਪਾਲਕਾਂ ਨੂੰ ਹਰ ਪੱਖੋਂ ਜਿਹੜੀ ਪਸ਼ੂਆਂ ਨਾਲ ਜੁੜੀ ਜਾਣਕਾਰੀ ਉਹ ਮਿਲਦੀ ਹੈ, ਅਤੇ ਇੱਥੇ ਇਹ ਸਵਾਲ ਮੇਰੇ ਮਨ ਵਿੱਚ ਆ ਰਿਹਾ ਸੀ ਕਿ ਜੇ ਸਮੇਂ ਸਿਰ ਗੱਭਣ ਨਹੀਂ ਹੁੰਦਾ ਤੇ ਫਿਰ ਜਿਹੜੇ ਪਸ਼ੂ ਪਾਲਕ ਨੇ ਕਿੰਨਾ ਕੁ ਆਰਥਿਕ ਨੁਕਸਾਨ ਉਹਨਾਂ ਨੂੰ ਹੋ ਸਕਦਾ? ਹਾਂਜੀ, ਬਹੁਤ ਵੱਡਾ ਨੁਕਸਾਨ ਹੈ ਨਿਖਿਲ ਜੀ। ਆਪਾਂ ਕਹਿੰਦੇ ਹਾਂ ਕਿ ਬੱਚਿਆਂ ਦੇ ਵਿੱਚ ਲਗਭਗ 2 ਸਾਲ, 2-2.25 ਸਾਲ 'ਤੇ ਜਿਹੜਾ ਪਹਿਲਾ ਸੂਆ ਆ ਜਾਣਾ ਚਾਹੀਦਾ। ਇਸੇ ਤਰ੍ਹਾਂ ਕੱਟੀਆਂ ਦੇ ਵਿੱਚ 3 ਸਾਲ ਦੇ ਆਸ-ਪਾਸ ਜਿਹੜਾ ਹੈ ਪਹਿਲਾ ਸੂਆ ਆ ਜਾਣਾ ਚਾਹੀਦਾ। ਅਗਰ ਇਹ ਸਮਾਂ ਜਿਹੜਾ ਤੁਹਾਡਾ ਵੱਧ ਰਿਹਾ ਅਤੇ ਉਨੇ ਪੀਰੀਅਡ ਦਾ ਜਿਹੜਾ ਦੁੱਧ ਤੁਸੀਂ ਹੈ
ਉਹ ਉਸ ਪਸ਼ੂ ਤੋਂ ਘੱਟ ਲੈ ਰਹੇ ਹੋ। ਜਿਵੇਂ ਮੰਨ ਕੇ ਚਲੋ ਇੱਕ HF ਜਾਂ ਅਮਰੀਕਨ ਬੱਚੀ ਤੁਸੀਂ ਰੱਖੀ ਹੈ, ਉਹਨੇ ਐਵਰੇਜ 20 ਲੀਟਰ ਦੁੱਧ ਦੇਣਾ ਸੀ, ਤਾਂ ਅਗਰ ਇਹ ਤੁਸੀਂ 1 ਸਾਲ ਉਹਦਾ ਸੂਆ ਲੇਟ ਲੈ ਰਹੇ ਹੋ ਤਾਂ ਪੂਰੇ ਸੂਏ ਦਾ ਜਿਹੜਾ ਦੁੱਧ ਹੈ ਉਹ ਤੁਹਾਨੂੰ ਉਹਦਾ ਨੁਕਸਾਨ ਹੋ ਰਿਹਾ, ਜਿਹੜਾ ਕਿ ਲਗਭਗ 1 ਲੱਖ ਦੇ ਆਸ-ਪਾਸ ਦਾ ਤੁਹਾਡਾ ਨੁਕਸਾਨ ਹੋਊਗਾ। ਉਸ ਦੌਰਾਨ ਤੁਸੀਂ ਕੁਛ ਨਾ ਕੁਛ ਉਹਨੂੰ ਪੱਠਾ ਜਾਂ ਤੂੜੀ ਜਾਂ ਫੀਡ ਵੀ ਪਾ ਰਹੇ ਹੋ, ਠੀਕ ਹੈ, ਉਹ ਖਰਚਾ ਜਿਹੜਾ ਤੁਹਾਡਾ ਨਾਲ ਉਹ ਵੀ ਵਧੂਗਾ। ਤੀਸਰਾ, ਇੱਕ ਜਿਹੜਾ ਬੱਚਾ ਤੁਸੀਂ ਉਹਨਾਂ ਤੋਂ ਵੱਧ ਲੈਣਾ ਸੀ ਉਹ ਤੁਹਾਨੂੰ ਬੱਚਾ ਘੱਟ ਮਿਲਿਆ, ਠੀਕ ਹੈ। ਚੌਥਾ, ਉਹ ਜਦੋਂ ਟਾਈਮ ਸਿਰ ਉਹ ਸੂਆ ਨਹੀਂ ਦੇ ਰਹੀ ਹੈ, ਜੋ ਉਹਦੇ ਟ੍ਰੀਟਮੈਂਟ ਉਹਦੇ ਇਲਾਜ ਲਈ ਤੁਸੀਂ ਪੈਸੇ ਖਰਚ ਰਹੇ ਹੋ, ਉਹ ਵੀ ਤੁਹਾਡੀ ਜਿਹੜੀ ਇੱਕ ਆਰਥਿਕ ਨੁਕਸਾਨ ਹੋ ਰਿਹਾ। ਇਹ ਸਾਰਿਆਂ ਨੂੰ ਮਿਲਾ ਕੇ ਦੇਖੀਏ ਤਾਂ ਘੱਟੋ ਘੱਟ ਵੀ 1.5 ਲੱਖ ਦਾ ਨੁਕਸਾਨ ਜਿਹੜਾ ਤੁਹਾਨੂੰ ਇੱਕ ਪਸ਼ੂ ਤੇ ਦੇਖਣਾ ਪਊਗਾ, ਅਗਰ ਉਹਦਾ ਸੂਆ ਜਿਹੜਾ ਹੈ ਤੁਸੀਂ ਪਹਿਲਾ ਸੂਆ ਜਿਹੜਾ ਉਹ ਲੇਟ ਲੈ ਰਹੇ ਹੋ। ਤਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਅੰਦਰ ਕਾਊਂਟ ਹੁੰਦੀਆਂ, ਜਿਹੜਾ ਕਿ ਇੱਕ ਬਹੁਤ ਵੱਡਾ ਆਰਥਿਕ ਨੁਕਸਾਨ ਹੈ ਸਾਡੇ ਕਿਸਾਨ ਭਰਾਵਾਂ ਲਈ। ਬਿਲਕੁਲ, ਅਸੀਂ ਕਿਸਾਨ ਵੀਰਾਂ ਦਾ, ਪਸ਼ੂ ਪਾਲਕਾਂ ਦਾ ਆਰਥਿਕ ਨੁਕਸਾਨ ਨਹੀਂ ਹੋਣ ਦੇਣਾ। ਬਹੁਤ ਸਾਰੇ ਤੁਹਾਡੇ ਮਨ ਵਿੱਚ ਸਵਾਲ ਹੋਣਗੇ ਅੱਜ ਦੇ ਵਿਸ਼ੇ ਨਾਲ ਮੁਤਲਕ, ਉਹ ਵੀ ਡਾਕਟਰ ਸਾਹਿਬ ਤੱਕ ਅਸੀਂ ਪਹੁੰਚਾਵਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅੱਜ ਦਾ ਵਿਸ਼ਾ ਹੈ ਅੱਜ ਦੀ ਵੱਛੀ ਕੱਲ ਦੀ ਗਾਂ, ਜਿਸ ਬਾਬਤ ਸਾਡੇ ਨਾਲ ਗੱਲ ਕਰ ਰਹੇ ਨੇ ਅਸੀਸ ਤੋਂ ਮਾਹਿਰ ਡਾਕਟਰ ਸੁਮਿਤ ਸਿੰਘ। ਤੇ ਡਾਕਟਰ ਸਾਹਿਬ ਹੁਣ ਜਿਹੜੇ ਪਸ਼ੂ ਪਾਲਕ ਨੇ ਉਹਨਾਂ ਦੇ ਸਵਾਲ ਤੁਹਾਡੇ ਤੱਕ ਪਹੁੰਚਾਉਣੇ ਨੇ, ਤੇ ਪਹਿਲੇ ਪਸ਼ੂ ਪਾਲਕ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਮ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਰ ਮੇਰਾ ਨਾਮ ਹਰਜੀਤ ਸਿੰਘ ਹੈ, ਮੈਂ ਫਾਜ਼ਿਲਕਾ ਦੇ ਪਿੰਡ ਸੈਣੀਆਂ ਤੋਂ ਬੋਲਦਾ। ਹਾਂਜੀ ਹਰਜੀਤ ਜੀ, ਆਪਣਾ ਸਵਾਲ ਪੁੱਛੋ। ਸਰ ਪਹਿਲੀ ਬੱਚੀ ਦੇ ਕਦੋਂ AI ਕਰਾਉਣੀ ਚਾਹੀਦੀ ਆ? ਜੀ ਡਾਕਟਰ ਸਾਹਿਬ। ਹਾਂਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਜਿਹੜੀ ਪਹਿਲੀ AI ਹੈ ਉਹ ਤੁਸੀਂ ਉਹਦਾ ਇੱਕ ਸਿੰਪਲ ਜਿਹਾ ਟੀਚਾ ਅਪਣਾ ਲਓ ਕਿ ਉਸ ਦੇ ਵਜ਼ਨ 'ਤੇ ਡਿਪੈਂਡ ਕਰਨਾ ਕਿ ਉਹਦੀ ਪਹਿਲੀ AI ਤੁਸੀਂ ਕਦੋਂ ਕਰਨੀ ਹੈ। ਇੱਕ ਥੰਬ ਰੂਲ ਆਪਾਂ ਕਹਿ ਦਿੰਦੇ ਹਾਂ ਕਿ ਜਦੋਂ ਪਸ਼ੂ ਨੇ ਆਪਣਾ 70% ਜਿਹੜਾ ਬੋਡੀ ਵੇਟ ਹੈ, ਜਿਹੜਾ ਸਰੀਰ ਦਾ ਭਾਰ ਹੈ ਉਹ ਬਣਾ ਲਿਆ। ਇੱਕ ਐਗਜ਼ਾਮਪਲ ਦੇ ਤੌਰ 'ਤੇ ਕਹਾਂਗਾ ਕਿ ਅਗਰ ਉਹਨੇ ਵੱਡੇ ਹੋ ਕੇ ਇੱਕ ਪਸ਼ੂ ਨੇ 5 ਕੁਇੰਟਲ ਦਾ ਹੋਣਾ ਸੀ ਤੇ ਲਗਭਗ ਜਦੋਂ ਉਹ 3 ਕੁਇੰਟਲ ਦੇ ਆਸ-ਪਾਸ ਆ ਜਾਂਦਾ ਤਾਂ ਉਹ ਇੱਕ ਸਹੀ ਸਮਾਂ ਹੁੰਦਾ ਉਹਦੇ ਮਨਸੂਈ ਗਰਭਧਾਰਨ ਕਰਾਉਣ ਦਾ। ਇਹਦੇ ਵਿੱਚ ਕੁਝ ਬਰੀਡਸ ਦਾ ਵੀ ਰੋਲ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਾਂ ਬਾਹਰ ਦੀ ਨਸਲ ਜਿਵੇਂ HF ਦੀ ਗੱਲ ਕਰੀਏ ਤਾਂ ਲਗਭਗ 3 ਤੇ 3.25 ਕੁਇੰਟਲ ਦੇ ਵਿੱਚ ਆਪਾਂ ਉਹਦਾ ਜਿਹੜਾ ਮਨਸੂਈ ਗਰਭਧਾਰਨ ਕਰਾ ਸਕਦੇ ਹਾਂ। ਆਪਣੀਆਂ ਜਿਹੜੀਆਂ ਇੰਡੀਆ ਦੀ ਬਰੀਡ ਹੈ, ਜਿਹੜੀਆਂ ਆਪਣੀ ਘਰੇਲੂ ਬਰੀਡ ਹੈ ਜਾਂ ਜਰਸੀ ਬਰੀਡ ਹੈ, ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ 2.5 ਕੁਇੰਟਲ ਦੇ ਆਸ-ਪਾਸ ਆਪਾਂ ਮਨਸੂਈ ਗਰਭਧਾਰਨ ਜਿਹੜਾ ਕਰਾ ਸਕਦੇ ਹਾਂ। ਇਸੇ ਤਰ੍ਹਾਂ ਮੱਝਾਂ ਦੀ ਗੱਲ ਕਰੀਏ, ਝੋਟੀਆਂ ਦੀ ਗੱਲ ਕਰੀਏ ਤਾਂ ਲਗਭਗ 3 ਜਾਂ 3.5 ਕੁਇੰਟਲ ਦੇ ਆਸ-ਪਾਸ ਉਹਨਾਂ ਦਾ ਜਿਹੜੇ ਤੁਸੀਂ ਜਿਹੜੀ ਪਹਿਲੀ AI ਹੈ ਉਹ ਕਰਾ ਸਕਦੇ ਹੋ। ਹੁਣ ਇਹਦੇ ਵਿੱਚ ਕਈ ਵਾਰੀ ਆਪਾਂ ਫਾਰਮਰਸ ਨਾਲ ਮਿਲਦੇ ਹਾਂ ਤਾਂ ਇਹ ਦੇਖਣ ਨੂੰ ਮਿਲਦਾ ਕਿ 3 ਸਾਲ ਹੋ ਗਏ, 4 ਸਾਲ ਹੋ ਗਏ, ਪਸ਼ੂ ਜਿਹੜਾ ਪ੍ਰੋਪਰ ਹੀਟ 'ਤੇ ਨਹੀਂ ਆ ਰਿਹਾ। ਤਾਂ ਉਹਦੇ ਲਈ ਇੱਕ ਹੀ ਕਾਰਨ ਹੈ ਕਿ ਇੱਕ ਜਿਹੜਾ ਉਹਦਾ ਬੋਡੀ ਵੇਟ ਹੈ ਉਹਨੇ ਪੂਰਾ ਨਹੀਂ ਕਰ ਪਾਏ। ਤੇ ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਬੱਚਿਆਂ ਦੇ ਵਿੱਚ 1 ਸਾਲ ਦੇ ਵਿੱਚ ਜਿਹੜਾ ਉਹਦਾ ਨਿਰਧਾਰਿਤ ਵਜ਼ਨ ਹੈ ਉਹਦਾ ਉਨਾ ਬੋਡੀ ਵੇਟ ਗੇਨ ਕਰਾਓ ਤਾਂ ਕਿ 1 ਸਾਲ ਦਾ ਪਸ਼ੂ ਜਿਹੜਾ ਉਹ ਗੱਭਣ ਹੋ ਜਾਏ ਤਾਂ 2 ਸਾਲ ਤੇ ਸਾਨੂੰ ਲਗਭਗ 2 ਸਾਲ ਤੇ ਉਹਦਾ ਸੂਆ ਆ ਜਾਏ। ਇਸੇ ਤਰ੍ਹਾਂ ਮੱਝਾਂ ਦੀ ਗੱਲ ਕਰੀਏ ਤਾਂ ਉਹ ਜਿਹੜਾ ਸਮਾਂ ਹੈ ਉਹ 1.5 ਤੋਂ 2 ਸਾਲ ਤੱਕ ਚਲਾ ਜਾਂਦਾ। ਤਾਂ ਉਸ ਸਮੇਂ ਦੇ ਵਿੱਚ ਜਿਹੜਾ ਪਸ਼ੂ ਆਪਣਾ ਵਜ਼ਨ ਪੂਰਾ ਕਰ ਲੇ ਤਾਂ 3-3.25 ਸਾਲ ਤੇ ਸਾਨੂੰ ਜਿਹੜਾ ਉਹਦਾ ਪਹਿਲਾ ਸੂਆ 3.5 ਸਾਲ ਤੇ ਆ ਜਾਵੇ। ਇਹ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਉਹਦੇ ਵਜ਼ਨ ਦੇ ਹਿਸਾਬ ਨਾਲ ਹੀ ICO ਦੀ ਜਿਹੜੀ AI ਹੈ ਜਿਹੜੀ ਉਹ ਕਰਾਉਣੀ ਹੈ। ਬਿਲਕੁਲ ਵਿਸਤਾਰਪੂਰਵਕ ਡਾਕਟਰ ਸਾਹਿਬ ਨੇ ਇਸ ਬਾਬਤ ਜਾਣਕਾਰੀ ਦਿੱਤੀ ਹੈ। ਹੁਣ ਡਾਕਟਰ ਸਾਹਿਬ ਅਗਲੇ ਜਿਹੜੇ ਪਸ਼ੂ ਪਾਲਕ ਨੇ ਉਹ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਮ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਬੋਲ ਰਿਹਾ, ਪਿੰਡ ਮਹਿਲ, ਡਿਸਟ੍ਰਿਕਟ ਮੋਗਾ ਤੋਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਸਵਾਲ ਪੁੱਛੋ। ਮੈਂ ਜੀ ਖੇਤੀਬਾੜੀ ਨਾਲ ਹੀ ਜੁੜਿਆ ਹੋਇਆ ਤੇ ਮੇਰਾ ਸਵਾਲ ਆ ਡਾਕਟਰ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਜਦੋਂ ਆਪਾਂ ਪਸ਼ੂ ਦੇ ਵਿੱਚ ਟੀਕਾ ਭਰਾਉਂਦੇ ਆ ਜਾਂ ਨਕਲੀ ਗਰਭਧਾਰਨ ਜਿਹਨੂੰ ਆਪਾਂ ਕਹਿੰਦੇ ਹਾਂ AI, ਤਾਂ ਉਸ ਦਾ ਸਹੀ ਸਮਾਂ ਕੀ ਹੁੰਦਾ ਜੀ? ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਸਵਾਲ ਹੈ। ਜਿਹੜਾ AI ਕਰਾਉਣ ਦਾ ਸਮਾਂ ਹੈ ਉਸ 'ਤੇ ਹੀ ਡਿਪੈਂਡ ਕਰਦਾ ਕਿ ਆਪਣਾ ਪਸ਼ੂ ਜਿਹੜਾ ਗੱਭਣ ਰਹੂਗਾ ਕਿ ਨਹੀਂ ਰਹੂਗਾ। ਕਈ ਵਾਰ ਅਣਜਾਣੇ ਦੇ ਵਿੱਚ ਆਪਾਂ ਉਹ ਚੀਜ਼ ਦੀ ਨੌਲੇਜ ਆਪਾਂ ਨੂੰ ਨਹੀਂ ਹੁੰਦੀ ਹੈ ਤਾਂ ਆਪਾਂ ਉਸ ਚੀਜ਼ ਨੂੰ ਇਗਨੋਰ ਕਰ ਦਿੰਦੇ ਹਾਂ, ਪਰ ਕੁਛ ਚੀਜ਼ਾਂ ਹੈ ਜਿਹੜੀਆਂ ਸਾਨੂੰ ਦੇਖਣੀਆਂ ਬਹੁਤ ਜ਼ਰੂਰੀ ਹੈ। ਜਿਵੇਂ ਕਿ ਆਪਣੀ ਬਾਹਰ ਦੀ ਨਸਲਾਂ HF ਜਾਂ ਜਰਸੀ ਦੇ ਬਾਰੇ ਗੱਲ ਕਰੀਏ
ਤੇ ਉਹ ਤੁਸੀਂ ਦੇਖਦੇ ਹੋ ਕਿ ਬਹੁਤ ਲੰਬੀ ਹੀਟ ਰੱਖਦੀਆਂ, ਕਈ ਵਾਰੀ 2-3 ਦਿਨ ਜਾਂ 4 ਦਿਨ ਵੀ ਹੀਟ ਰੱਖਦੀਆਂ। ਤਾਂ ਉਸ ਟਾਈਮ ਉਹਦੀ EI ਕਦੋਂ ਕਰਾਈਏ, ਇਹ ਬਹੁਤ ਹੀ ਇੰਪੋਰਟੈਂਟ ਜਿਹੜਾ ਤੁਹਾਡਾ ਡਿਸੀਜਨ ਹੋਣਾ ਚਾਹੀਦਾ ਹੈ। ਅਗਰ ਤੁਹਾਡੀ ਗਾਂ ਲੰਬੀ ਹੀਟ ਰੱਖ ਰਹੀ ਹੈ ਤਾਂ ਇੱਕ ਦਿਨ ਛੱਡ ਕੇ ਅਗਲੇ ਦਿਨ ਉਹਦੀ EI ਕਰਾਓ, ਤੇ ਫਿਰ ਰਿਪੀਟ ਉਹਦੀ EI ਜਿਹੜੀ ਹੈ 12 ਘੰਟੇ ਦੇ ਬਾਅਦ ਦੁਬਾਰਾ ਕਰਾਓ, ਕਿਉਂਕਿ ਉਹਨੇ ਗੱਭਣ ਉਦੋਂ ਹੀ ਰਹਿਣਾ ਹੈ ਜਦੋਂ ਉਹਦੇ ਅੰਦਰ ਜਿਹੜਾ ਅੰਡਾ ਬਣ ਗਿਆ ਤੇ ਇੱਧਰ ਤੁਸੀਂ ਸ਼ੁਕਰਾਣੂ ਜਦੋਂ ਦੋਗੇ, ਸ਼ੁਕਰਾਣੂ ਦਾ ਮੇਲ ਹੋਊਗਾ ਤਾਂ ਇੱਕ ਬੱਚਾ ਜਿਹੜਾ ਬਣੂਗਾ। ਇਸੇ ਤਰ੍ਹਾਂ ਅਗਰ ਮੱਝਾਂ ਦੀ ਗੱਲ ਕਰੀਏ, ਤੇ ਅਗਰ ਤੁਸੀਂ ਸਵੇਰੇ ਤੜਕੇ ਦੇਖਿਆ ਤੁਹਾਡੀ ਮੱਝ ਹੀਟ ਚਾਹੀਏ ਤਾਂ ਉਹਨੂੰ ਸ਼ਾਮ ਨੂੰ, ਜਾਂ ਸ਼ਾਮ ਨੂੰ ਦੇਖਿਆ ਤਾਂ ਅਗਲੇ ਦਿਨ ਸਵੇਰ। ਗਰਮੀਆਂ ਦੇ ਵਿੱਚ ਕਈ ਵਾਰ ਸਾਨੂੰ ਮੱਝਾਂ ਦੇ ਵਿੱਚ ਦਿੱਕਤ ਆਉਂਦੀ ਹੈ ਕਿ ਉਹਨਾਂ ਦੇ ਵਿੱਚ ਸਾਇਲੈਂਟ ਹੀਟ, ਕਿ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਆਪਣਾ ਪਸ਼ੂ ਹੀਟ 'ਚ ਆ ਰਿਹਾ ਕਿ ਨਹੀਂ ਆ ਰਿਹਾ। ਉਸ ਚੀਜ਼ 'ਚ ਰੋਜ਼ ਸਵੇਰ ਜਿਵੇਂ ਤੁਸੀਂ ਉੱਠ ਕੇ ਉਹਨਾਂ ਦਾ ਚੈੱਕ ਕਰੋ ਤਾਂ ਕਿਸੇ ਤਰ੍ਹਾਂ ਦੀ ਧਾਰ ਜਾਂ ਜਾਲਾਂ ਤਾਂ ਨਹੀਂ ਮਾਰ ਰਹੀਆਂ, ਤਾਂ ਉਸ ਟਾਈਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਦੀ EI ਜਿਹੜੀ ਹੈ ਸਵੇਰੇ ਹੀ ਕਰ ਦਿਓ, ਕਿਉਂਕਿ ਤੁਹਾਨੂੰ ਪਤਾ ਨਹੀਂ ਹੈ ਕਿ ਉਹ ਸ਼ਾਮ ਦੀ ਹੀਟ ਆਈ ਹੈ ਜਾਂ ਕੱਲ੍ਹ ਦੀ ਹੀਟ ਆਈ ਹੈ। ਅਤੇ ਜਿਸ ਦੌਰਾਨ ਹੀ ਤੁਸੀਂ ਗਰਮੀਆਂ ਦੇ ਵਿੱਚ ਮੱਝ ਦੇ ਤਾਰ ਜਾਂ ਉਹਦੇ ਜਾਲਾ ਦੇਖਿਆ, ਉਸੇ ਟਾਈਮ ਉਹਦੀ ਜਿਹੜੀ EI ਹੈ ਕਰ ਦਿਓ। ਬੈੜਾਂ ਜਾਂ ਕੱਟੀਆਂ ਦੀ ਗੱਲ ਕਰੀਏ ਤਾਂ ਕਈ ਵਾਰੀ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਵੀ ਸਾਇਲੈਂਟ ਹੀਟ ਹੁੰਦੀ ਹੈ। ਅਤੇ ਦੂਸਰੀ ਗੱਲ, ਉਹਨਾਂ ਦੀ ਜਿਹੜੀ ਪਹਿਲੀ ਹੀਟ ਹੈ ਉਹ ਮਿਸ ਕਰ ਦਿਓ। ਜਿਹੜੀ ਦੂਜੀ ਹੀਟ ਆਉਂਦੀ ਹੈ ਉਹਦੇ ਵਿੱਚ ਸੇਮ ਪ੍ਰੋਸੀਜਰ ਗਾਵਾਂ ਅਤੇ ਮੱਝਾਂ ਦਾ, ਕਿ ਅਗਰ ਗਾਂ ਦੀ ਹੀਟ ਹੈ ਤਾਂ ਤੁਸੀਂ ਡਬਲ EI ਵੀ ਕਰਾ ਸਕਦੇ ਹੋ, ਅਤੇ ਅਗਰ ਮੱਝਾਂ ਦੀ ਗੱਲ ਕਰੀਏ ਤਾਂ 12 ਘੰਟਿਆਂ ਦੇ ਅੰਤਰਾਲ ਦੇ ਬਾਅਦ ਉਹਨੂੰ EI ਜਿਹੜੀ ਕਰਾਉਣੀ ਤੁਸੀਂ ਕਰਾਓਗੇ ਤਾਂ ਉਹਨਾਂ ਦੇ ਜਿਹੜੇ ਗੱਭਣ ਰਹਿਣ ਦੇ ਚਾਂਸ ਹੈ ਉਹ ਬਹੁਤ ਜ਼ਿਆਦਾ ਵੱਧ ਜਾਣ। ਬਿਲਕੁਲ, ਡਾਕਟਰ ਸਾਹਿਬ ਨੇ ਜੋ ਜਾਣਕਾਰੀ ਦਿੱਤੀ ਮੈਨੂੰ ਲੱਗਦਾ ਉਸ ਨਾਲ ਤੁਸੀਂ ਮੁਤਮਈਨ ਹੋਵੋਗੇ। ਤੇ ਡਾਕਟਰ ਸਾਹਿਬ ਅਗਲੇ ਕਾਲਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਸਰ, ਮੇਰਾ ਨਾਮ ਪ੍ਰਭਜੋਤ ਸਿੰਘ ਜੀ, ਪਿੰਡ ਹੋਤੀਪੁਰ, ਜ਼ਿਲ੍ਹਾ ਸੰਗਰੂਰ ਤੋਂ ਗੱਲ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਪ੍ਰਭਜੋਤ ਜੀ, ਆਪਣਾ ਸਵਾਲ ਪੁੱਛੋ। ਸਰ ਮੇਰਾ ਡਾਕਟਰ ਸਾਹਿਬ ਨੂੰ ਇਹ ਸਵਾਲ ਹੈ ਵੀ ਕੋਈ ਵੀ ਅਜਿਹਾ ਪ੍ਰਬੰਧਕੀ ਢੰਗ ਜਿਸ ਨਾਲ ਅਸੀਂ ਕੱਟੀ ਵੱਛੀ ਦੀ ਗਰੋਥ ਨੂੰ ਵਧੀਆ ਤਰੀਕੇ ਨਾਲ ਕਰ ਸਕੀਏ ਤੇ EI ਟਾਈਮ ਸਿਰ ਕਰਾ ਸਕੀਏ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਬਹੁਤ ਚੰਗਾ ਕੁਐਸਚਨ ਹੈ ਜੀ। ਇੱਕ ਤਾਂ ਜੋ ਤੁਸੀਂ ਬੈਲੈਂਸ TMR ਦੇ ਰਹੇ ਹੋ, ਅੱਛੀ ਖੁਰਾਕ ਵੀ ਦੇ ਰਹੇ ਹੋ, ਉਹਦੇ ਇਲਾਵਾ ਵੀ ਕੁਛ ਫੈਕਟਰਸ ਹੁੰਦੇ ਜਿਹੜੇ ਪ੍ਰਬੰਧਕੀ ਕਾਰਨ ਆਪਾਂ ਜਿਹਨੂੰ ਕਹਿੰਦੇ ਹਾਂ, ਉਸ 'ਤੇ ਡਿਪੈਂਡ ਕਰੂਗਾ ਕਿ ਬੱਚੀ ਜਾਂ ਕੱਟੀ ਦੀ ਗਰੋਥ ਕਿਵੇਂ ਹੋਊਗੀ। ਉਹਦੇ 'ਚ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਕਰੂੰਗਾ ਉਹ ਕਰੂੰਗਾ ਗਰੁੱਪਿੰਗ ਦੀ, ਕਿ ਜਿਹੜੀ ਤੁਹਾਡੀ ਇੱਕ ਤਾਂ ਬੱਚੀਆਂ ਲਈ ਇੱਕ ਅਲੱਗ ਜਿਹੜਾ ਗਰੁੱਪ ਹੈ ਜਾਂ ਪੈਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਉਹਨਾਂ ਨੂੰ ਵੱਡੀਆਂ ਗਾਵਾਂ ਦੇ ਨਾਲ ਰੱਖ ਕੇ ਕਦੇ ਵੀ ਆਪਾਂ ਚੰਗੀ ਤਰ੍ਹਾਂ ਸਾਂਭ ਨਹੀਂ ਸਕਦੇ, ਕਿਉਂਕਿ ਇੱਕ ਤਾਂ ਉਹਨਾਂ ਦੀ ਫੀਡਿੰਗ ਵੱਖਰੀ ਹੋਊਗੀ, ਦੂਸਰੀ ਰਿਕੁਆਇਰਮੈਂਟ ਵੀ ਵੱਖਰੀ ਹੈ, ਉਹਦੀ ਜ਼ਰੂਰਤਾਂ ਅਲੱਗ ਹੈ। ਇਸ ਕਰਕੇ ਬੱਚਿਆਂ ਦਾ ਜਿਹੜਾ ਗਰੁੱਪ ਹੈ ਹਮੇਸ਼ਾ ਅਲੱਗ ਰੱਖੋ। ਉਹਦੇ ਵਿੱਚ ਵੀ ਗਾਂ ਅਗਰ ਮੈਂ ਗੱਲ ਕਰਾਂ ਤੇ ਬੱਚਿਆਂ ਦੇ ਵਿੱਚ ਵੀ ਉਹਨਾਂ ਦੇ ਏਜ ਅਨੁਸਾਰ, ਉਹਨਾਂ ਦੀ ਉਮਰ ਅਨੁਸਾਰ ਜਿਹੜੀ ਗਰੁੱਪਿੰਗ ਹੋਣੀ ਚਾਹੀਦੀ ਹੈ। ਜਿਵੇਂ ਕਿ 0 ਤੋਂ 3 ਮਹੀਨੇ ਦੇ ਵਿੱਚ ਇੱਕ ਗਰੁੱਪ ਹੋਵੇ, 3 ਤੋਂ 6 ਦੇ ਵਿੱਚ ਇੱਕ ਗਰੁੱਪ ਹੋਵੇ, ਇਸੇ ਤਰ੍ਹਾਂ 3-3 ਮਹੀਨਿਆਂ ਦੇ ਅੰਤਰਾਲ ਦੇ ਵਿੱਚ ਤੁਸੀਂ ਇੱਕ ਗਰੁੱਪ ਬਣਾਓ, ਤਾਂ ਕਿ ਉਹਨਾਂ ਨੂੰ ਤੁਸੀਂ ਇੱਕ ਬੈਲੈਂਸਡ ਰਾਸ਼ਨ ਵੀ ਦੇ ਸਕੋ ਤੇ ਉਹਨਾਂ ਦੀ ਗਰੋਥ ਵੀ ਜਿਹੜੀ ਹੈ ਉਹ ਚੰਗੀ ਹੋ ਸਕੇ। ਦੂਜੀ ਗੱਲ, ਅਗਰ ਛੋਟੇ ਬੱਚਿਆਂ ਦੀ ਗੱਲ ਕਰੀਏ ਤੇ ਜਿੱਥੇ ਤੁਸੀਂ ਬੱਚਿਆਂ ਨੂੰ ਰੱਖ ਰਹੇ ਹੋ ਉੱਥੇ ਸਾਫ਼ ਸਫਾਈ ਤੇ ਜਿਹੜਾ ਫਲੋਰ ਹੈ ਅਗਰ ਉਹ ਜ਼ਿਆਦਾ ਦੇਰ ਗਿੱਲਾ ਰਹਿ ਰਿਹਾ ਤਾਂ ਉਹ ਇੱਕ ਕਾਰਨ ਬਣਦਾ ਨਮੂਨੀਆ ਦਾ, ਕਿ ਪਸ਼ੂਆਂ ਦੇ ਵਿੱਚ ਜਿਹੜਾ ਨਮੂਨੀਆ ਹੋ ਜਾਂਦਾ, ਕਈ ਵਾਰੀ ਪਸ਼ੂਆਂ ਦੀ ਡੈਥ ਵੀ ਹੋ ਜਾਂਦੀ ਹੈ। ਤੇ ਇਸ ਕਰਕੇ ਉਸ ਚੀਜ਼ ਨੂੰ ਬਚਾਉਣ ਲਈ ਉਹਨਾਂ ਦਾ ਜਿਹੜਾ ਫਲੋਰ ਹੈ ਹਮੇਸ਼ਾ ਸੁੱਕਾ ਰੱਖੋ। ਤੇ ਦੂਸਰੀ, ਜਿਵੇਂ ਇਸ ਟਾਈਮ ਸਰਦੀਆਂ ਦਾ ਮੌਸਮ ਚੱਲ ਰਿਹਾ ਤੇ ਟੈਂਪਰੇਚਰ ਤੁਹਾਨੂੰ ਪਤਾ ਕਿ ਰਾਤ ਨੂੰ ਕਈ ਵਾਰੀ 1-2 ਡਿਗਰੀ ਤੱਕ ਵੀ ਚਲਾ ਜਾਂਦਾ, ਤਾਂ ਇਸ ਦੌਰਾਨ ਵੀ ਬੱਚਿਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ ਤਾਂ ਕਿ ਉਹਨਾਂ ਨੂੰ ਸਰਦੀ ਨਾ ਲੱਗੇ। ਤੀਸਰੀ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ, ਉਹਨਾਂ ਨੂੰ ਆਪਾਂ ਡਾਇਰੀਆ ਜਾਂ ਮੋਕ ਤੋਂ ਬਚਾਉਣਾ। ਉਹ ਵੀ ਸਾਡੀ ਜਿਹੜੀ ਹੈ ਸਾਂਭ ਸੰਭਾਲ ਤੇ ਸਫਾਈ ਨਾਲ ਹੀ ਜੁੜਿਆ ਹੋਇਆ, ਕਿਸੇ ਨਾ ਕਿਸੇ ਕੀਟਾਣੂ ਕਰਕੇ ਉਹ ਬਿਮਾਰੀ ਆਉਂਦੀ ਹੈ, ਤਾਂ ਉਹ ਚੀਜ਼ ਦਾ ਅਗਰ ਆਪਾਂ ਧਿਆਨ ਰੱਖਾਂਗੇ ਤੇ ਪਸ਼ੂਆਂ ਦੇ ਵਿੱਚ ਜਿਹੜੀ ਮੋਕ ਲੱਗਣ ਦੀ ਸਮੱਸਿਆ ਨਹੀਂ ਆਊਗੀ। ਅਗਰ ਇੱਕ ਵਾਰੀ ਕਿਸੇ ਹਿੱਫਰ ਜਾਂ ਬੱਚੇ ਨੂੰ ਜਾਂ ਬੱਚੀ ਨੂੰ ਮੋਕ ਲੱਗ ਜਾਂਦੀ ਹੈ ਤਾਂ ਘੱਟੋ ਘੱਟ 10-15 ਦਿਨ ਲਈ ਉਹਦੀ ਜਿਹੜੀ ਗਰੋਥ ਹੈ ਬਿਲਕੁਲ ਹੀ ਰੁਕ ਜਾਂਦੀ ਹੈ। ਤਾਂ ਉਹਦਾ ਜਿਹੜਾ ਨੁਕਸਾਨ ਹੈ ਸਾਨੂੰ ਆਉਣ ਵਾਲੇ ਸਮੇਂ 'ਚ ਉਹਨੂੰ ਜਿਹੜਾ ਦੇਖਣਾ ਪੈਂਦਾ। ਤੀਸਰੀ ਗੱਲ ਜਿਹੜੀ ਮੈਂ ਕਹਾਂਗਾ ਉਹ ਹੈ ਕਿ ਜਿੱਥੇ ਵੀ ਉਹ ਰਹਿ ਰਹੇ ਉੱਥੇ ਫਰੈਸ਼ ਪਾਣੀ, ਰੋਜ਼ ਰੈਗੂਲਰ ਦਿਨ 'ਚ ਫਰੈਸ਼ ਪਾਣੀ ਜਿਹੜਾ ਉਹਨਾਂ ਨੂੰ ਮਿਲਣਾ ਚਾਹੀਦਾ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਪਸ਼ੂ ਅਗਰ ਜ਼ਿਆਦਾ ਠੰਡਾ ਪਾਣੀ ਪੀ ਲੈਂਦੇ ਆ ਤਾਂ ਖਾਸ ਕਰ ਬੱਚਿਆਂ ਦੇ ਵਿੱਚ ਪਿਸ਼ਾਬ ਦੇ ਵਿੱਚ ਲਹੂ ਆਉਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਸਰਦੀਆਂ ਦੇ ਵਿੱਚ ਖਾਸ ਧਿਆਨ ਰੱਖਣਾ ਕਿ ਪਾਣੀ ਜਿਹੜਾ ਆਪਾਂ ਬੱਚਿਆਂ ਨੂੰ ਦੇ ਰਹੇ ਹਾਂ ਉਹ ਜ਼ਿਆਦਾ ਠੰਡਾ ਨਾ ਹੋਵੇ, ਥੋੜ੍ਹਾ ਕੋਸਾ ਹੀ ਜਿਹੜਾ ਫਰੈਸ਼ ਪਾਣੀ ਆਪਾਂ ਉਹਨਾਂ ਨੂੰ ਦੇਈਏ।
ਤੀਸਰੀ ਗੱਲ ਪ੍ਰੋਪਰ ਵੈਂਟੀਲੇਸ਼ਨ ਹੋਵੇ ਉਹਨਾਂ ਦੇ ਸ਼ੈੱਡ 'ਚ, ਤੇ ਚੌਥੀ ਗੱਲ ਲਾਈਟਿੰਗ ਅੱਛੀ ਹੋਵੇ ਤਾਂ ਕਿ ਪਸ਼ੂ ਜਿਹੜਾ ਪ੍ਰੋਪਰ ਲਾਈਟ 'ਚ ਰਹੇ, ਤੇ ਰਾਤ ਨੂੰ ਵੀ ਜਿਹੜਾ ਰਾਸ਼ਨ ਦਾ ਇਨਟੇਕ ਜਿਹੜਾ ਉਹਨਾਂ ਦਾ ਪੱਠੇ ਖਾਣ ਦਾ ਸਮਾਂ ਹੈ ਉਹ ਬਣਾ ਰਹੇ, ਤੇ ਪਸ਼ੂ ਦੀ ਗਰੋਥ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਹੋ ਸਕੇ। ਤੇ ਇੱਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੇ ਅਗਾਂਹਵਧੂ ਪਸ਼ੂ ਪਾਲਕ ਜੋ ਆਪਣੀ ਨਿਰੰਤਰ ਨਵੀਂ ਸੋਚ ਨਾਲ, ਆਪਣੇ ਨਵੇਕਲੇ ਤੌਰ ਤਰੀਕੇ ਨਾਲ ਬਾਕੀ ਕਿਸਾਨਾਂ ਨੂੰ, ਪਸ਼ੂ ਪਾਲਕਾਂ ਨੂੰ ਸੇਧ ਦਿੰਦਾ ਹੈ, ਤੇ ਫਿਰ ਉਹ ਬਣਦਾ ਹੈ ਇੱਕ ਅਗਾਂਹਵਧੂ ਪਸ਼ੂ ਪਾਲਕ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਪੰਜਾਬ ਦੇ ਵਿੱਚ ਕਿਸਾਨਾਂ ਵੱਲੋਂ ਵੱਖ-ਵੱਖ ਕਿੱਤੇ ਅਪਣਾਏ ਜਾ ਰਹੇ ਨੇ, ਪਰ ਹੁਣ ਕਿਸਾਨਾਂ ਵੱਲੋਂ ਖਾਸ ਕਰਕੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਬਹੁਤ ਅਹਿਮੀਅਤ ਦਿੱਤੀ ਜਾ ਰਹੀ ਹੈ। ਸੋ ਅਜਿਹੀ ਇੱਕ ਮਜੀਠਾ ਦੇ ਕਿਸਾਨ ਨੇ ਜਤਿੰਦਰਪਾਲ ਸਿੰਘ, ਜਿਨ੍ਹਾਂ ਨੇ ਅੱਜ ਤੋਂ 7 ਸਾਲ ਪਹਿਲਾਂ ਡੇਅਰੀ ਫਾਰਮਿੰਗ ਦਾ ਕੰਮ ਸ਼ੁਰੂ ਕੀਤਾ ਸੀ, ਤੇ ਉਸ ਵੇਲੇ ਉਹਨਾਂ ਦੇ ਕੋਲ 7 ਗਾਵਾਂ ਸਨ, ਪਰ ਹੁਣ ਉਹਨਾਂ ਦੇ ਕੋਲ 30 ਦੇ ਕਰੀਬ ਗਾਵਾਂ ਨੇ, ਤੇ ਹੁਣ ਉਹ ਦੁੱਧ ਵੇਚ ਕੇ ਚੋਖਾ ਮੁਨਾਫਾ ਕਮਾ ਰਹੇ ਨੇ। 2013 ਤੋਂ ਮੈਂ ਇਸ ਕੰਮ ਨੂੰ ਪ੍ਰੋਫੈਸ਼ਨਲੀ ਲਿਆ। ਪ੍ਰੋਫੈਸ਼ਨਲ ਲਾ ਕੇ ਮੈਂ 15 ਐਨੀਮਲ ਬਾਜ਼ਾਰ ਚੋਂ ਖਰੀਦ ਕੇ ਇਸ ਕੰਮ ਸਟਾਰਟ ਕੀਤਾ। ਸ਼ੁਰੂ 'ਚ ਆਪਣੀ ਹੋਮ ਮਿਕਸ ਫੀਡਸ ਤਿਆਰ ਕੀਤੀ, ਪਰ ਜਿਹਦੇ ਮੈਨੂੰ ਕੋਈ ਰਿਜ਼ਲਟ ਨਹੀਂ ਮਿਲੇ। ਉਸ ਤੋਂ ਬਾਅਦ ਫਿਰ ਮੈਂ ਸੀਸ ਟੀਮ ਨਾਲ ਜੁੜਿਆ। ਫਿਰ ਇਹਨਾਂ ਦੀ ਗਾਈਡਲਾਈਨ ਵਿੱਚ ਮੈਂ ਕੰਮ ਕਰਨਾ ਸਟਾਰਟ ਕੀਤਾ। ਫਿਰ ਇਹਨਾਂ ਦੱਸਿਆ ਗਿਆ ਕਿ ਜੋ ਇਹ ਬੱਚੇ ਆ, ਛੋਟੇ ਬੱਚੇ ਤੋਂ ਅਸੀਂ ਕੰਮ ਸਟਾਰਟ ਕਰਾਂਗੇ, ਤੇ ਫਿਰ ਹੀ ਜੇ ਉੱਤੇ ਧਿਆਨ ਰੱਖਾਂਗੇ ਤੇ ਅਸੀਂ ਗਾਂਹ ਜਾ ਕੇ ਤਰੱਕੀ ਕਰਾਂਗੇ। ਫਿਰ ਇਹਨਾਂ ਦੀ ਗਾਈਡਲਾਈਨ ਅਨੁਸਾਰ ਜਿਹੜਾ ਛੋਟਾ 15 ਦਿਨ ਦਾ ਬੱਚਾ ਸੀ, ਉਹਦੀ ਡੀਵਰਮਿੰਗ ਸਟਾਰਟ ਕਰਕੇ ਉਹਨੂੰ ਛੋਟਿਆਂ ਬੱਚਿਆਂ ਲਈ ਫੀਡ ਜਿਹੜੀ ਕਾਫ ਬੂਸਟਰ ਹੈ, ਅਸੀਂ ਉਹ ਸਟਾਰਟ ਕੀਤੀ ਗਈ। ਸਟਾਰਟ ਕਰਨ ਤੋਂ ਬਾਅਦ ਜਿੱਦਾਂ ਇਹਨਾਂ ਕਿਹਾ ਉਹਦੇ ਵਿੱਚ ਡੀਵਰਮਿੰਗ ਕਰਾਈ ਗਈ। ਇਹਨਾਂ ਦੀ ਗਾਈਡਲਾਈਨ ਅਨੁਸਾਰ ਉਹਨੂੰ ਦੁੱਧ ਪਿਆਉਂਦੇ ਗਏ। ਦੁੱਧ ਹੌਲੀ ਹੌਲੀ ਘਟਦਾ ਗਿਆ, ਕਾਫ ਬੂਸਟਰ ਵੱਧਦਾ ਗਿਆ। 4 ਮਹੀਨੇ ਦੀ ਜਦੋਂ ਹੋ ਗਈ, ਹੀਫਰ ਹੋ ਗਈ ਆ। ਹੀਫਰ ਤੋਂ ਬਾਅਦ ਉਹਨੂੰ ਫੀਡ ਚੇਂਜ ਹੋ ਗਈ, ਉਹਦੀ ਫੀਡ ਆਪਾਂ ਪਾਉਣਾ ਉਹਨੂੰ ਹੈਫ ਕੇਅਰ ਫੀਡ ਸਟਾਰਟ ਕਰ ਦਿੱਤੀ ਗਈ। ਸਾਡੀ ਬੱਚੀ ਕਰੀਬ 12 ਤੋਂ 15 ਮਹੀਨੇ ਦੇ ਵਿੱਚ ਆਪਣਾ ਵੇਟ ਪੂਰਾ ਲੈ ਕੇ, ਜਿਵੇਂ ਕਿ 3.5 ਕੁਇੰਟਲ ਉਹਦਾ ਵੇਟ ਪੂਰਾ ਹੋ ਜਾਂਦਾ ਰਿਹਾ ਹੈ, ਤੇ ਅਸੀਂ 12 ਤੋਂ 15 ਮਹੀਨੇ ਦੇ ਵਿੱਚ ਉਹਦੀ AI ਕਰ ਦਿੰਦੇ ਰਹੇ ਹਾਂ। ਕਿਸਾਨ ਜਤਿੰਦਰਪਾਲ ਸਿੰਘ ਨੇ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਣਾਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦਾ ਖਾਸ ਖਿਆਲ ਰੱਖਣ, ਜਿਸ ਦੇ ਨਾਲ ਉਹ ਬੱਚੇ ਵੱਡੇ ਹੋ ਕੇ ਉਹਨਾਂ ਨੂੰ ਹੋਰ ਮੁਨਾਫਾ ਦੇਣਗੇ। ਨਾਲ ਹੀ ਉਹਨਾਂ ਨੇ ਇਹ ਵੀ ਸਲਾਹ ਦਿੱਤੀ ਹੈ ਕਿ ਡਾਕਟਰਾਂ ਦੀ ਸਲਾਹ ਦੇ ਨਾਲ ਹੀ ਇਹਨਾਂ ਬੱਚਿਆਂ ਦਾ ਇਲਾਜ ਕਰਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਖਾਸ ਕਰਕੇ ਅਸੀਸ ਫੀਡ ਦਾ ਵੀ ਧੰਨਵਾਦ ਕੀਤਾ ਕਿ ਉਹਨਾਂ ਦੀ ਫੀਡ ਦੇ ਨਾਲ ਹੀ ਅੱਜ ਉਹ ਚੋਖਾ ਮੁਨਾਫਾ ਕਮਾ ਰਹੇ ਨੇ। ਮੈਂ ਤੇ ਕਿਸਾਨ ਵੀਰਾਂ ਨੂੰ ਕਹਾਂ ਸਾਨੂੰ ਨਵੀਂ ਟੈਕਨੀਕ ਨਾਲ ਜੋੜਨਾ ਚਾਹੀਦਾ। ਜਦੋਂ ਕਿ ਅੱਜ ਵੀ ਕਈ ਵੀ ਭੈਣ ਭਰਾ ਨਾਲ ਵੇਖਿਆ ਵਾ, ਉਹ ਕਹਿੰਦੇ ਨਹੀਂ ਜੀ ਸਾਨੂੰ ਤੇ ਇਦਾਂ ਕਈ ਘਿਓ ਦੇਈ ਜਾਂਦਾ, ਜੇ ਕੋਈ ਤੇਲ ਦੇਈ ਜਾਂਦਾ, ਉਹ ਗਲਤ ਹੈ। ਅੱਜ ਦੀ ਤਰੀਕ 'ਚ ਨਵੀਂ ਟੈਕਨੀਕ ਨਾਲ ਜੁੜਨਾ, ਜੇ ਅਸੀਂ ਤਰੱਕੀ ਕਰਨੀ ਸਾਨੂੰ ਨਵੀਂ ਟੈਕਨੀਕ ਨਾਲ ਜੁੜਨਾ ਹੀ ਪੈਣਾ ਆ। ਜਿਹੜੇ ਮਾਹਰ ਨੇ ਡਾਕਟਰ ਨਵੇਂ ਡਾਕਟਰ ਆ, ਪੁਰਾਣੇ ਡਾਕਟਰ ਨਵੇਂ ਡਾਕਟਰਾਂ 'ਚ ਵੀ ਬਹੁਤ ਫਰਕ ਆ। ਜਿਹੜੀ ਨਵੀਂ ਟੈਕਨੀਕ ਆ, ਉਹ ਨਵੇਂ ਡਾਕਟਰਾਂ ਕੋਲ ਨਵੀਂ ਸਲਾਹ ਲਵਾਂਗੇ ਤੇ ਅਸੀਂ ਤਰੱਕੀ ਕਰਾਂਗੇ। ਨਵੇਂ ਬੱਚੇ ਆ, ਛੋਟੇ ਬੱਚਿਆਂ 'ਤੇ ਜ਼ਿਆਦਾ ਧਿਆਨ ਦੇਵਾਂਗੇ ਤੇ ਫਿਰ ਹੀ ਅਸੀਂ ਡੇਅਰੀ ਫਾਰਮ ਨੂੰ ਉੱਚੇ ਲੈਵਲ 'ਤੇ ਲੈ ਕੇ ਜਾ ਸਕਦੇ ਹਾਂ। ਜਿਵੇਂ ਮੈਨੂੰ 7 ਸਾਲ ਹੋਏ ਆ, ਪਰ ਮੈਨੂੰ ਆਪਣੇ ਆਪ 'ਤੇ ਸੰਤੁਸ਼ਟੀ ਆ ਵੀ ਮੈਂ ਅੱਜ ਦੀ ਤਰੀਕ ਜਿਸ ਲੈਵਲ 'ਤੇ ਆ, ਮੈਨੂੰ ਆਪਣੇ ਆਪ 'ਤੇ ਸੰਤੁਸ਼ਟੀ ਆ। ਬਾਕੀ ਮੈਨੂੰ ਜੋ ਇਸ ਤਰੀਕੇ ਦਾ ਡਾਕਟਰਾਂ ਦੀ ਹੈਲਪ ਮਿਲੀ ਆ, ਆਪਣੀ ਟੀਮ ਦੀ ਹੈਲਪ ਮਿਲੀ ਆ, ਸੀਡ ਵਾਲਿਆਂ ਦੀ, ਉਹਦਾ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਬਾਕੀ ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਵੀ ਇਸ ਟੈਕਨੀਕ ਨਾਲ ਜੁੜੀਏ, ਤੇ ਕਿਉਂਕਿ ਜਿਹੜੇ ਬੱਚੇ ਆ ਇਹੋ ਹੀ ਸਾਡੇ ਆਉਣ ਵਾਲਾ ਭਵਿੱਖ ਆ। ਛੋਟੇ ਬੱਚੇ ਜਿਹੜਾ ਵਾ ਡੇਅਰੀ ਦਾ ਭਵਿੱਖ ਇਹੋ ਹੀ ਆ। ਸੋ ਵਾਕਿਆ ਹੀ ਮਜੀਠਾ ਦੇ ਕਿਸਾਨ ਜਤਿੰਦਰਪਾਲ ਸਿੰਘ ਨੇ ਕਿਸਾਨਾਂ ਲਈ ਇੱਕ ਨਵੇਕਲੀ ਮਿਸਾਲ ਪੇਸ਼ ਕੀਤੀ ਹੈ, ਤਾਂ ਜੋ ਹੋਰ ਕਿਸਾਨ ਵੀ ਇਸ ਕਿੱਤੇ ਨੂੰ ਅਪਣਾਉਣ ਤੇ ਆਪਣਾ ਚੋਖਾ ਮੁਨਾਫਾ ਕਮਾਉਣ। ਮਜੀਠਾ ਤੋਂ ਸੁਨੀਲ ਦੇਵਗਨ ਦੀ ਰਿਪੋਰਟ। ਬਈ ਤੁਹਾਡੀ ਨਵੇਕਲੀ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਜਿਹੜਾ ਵਿਸ਼ਾ ਹੈ, ਅੱਜ ਦੀ ਵੱਛੀ ਕੱਲ ਦੀ ਗਾਂ, ਉਸ ਬਾਬਤ ਜੋ ਵੀ ਮੁੱਖ ਪੁਆਇੰਟ ਰਹੇ ਨੇ, ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ।
ਅੱਜ ਦੇ ਅਸੀਸ ਡੇਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ। ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਕਿ ਡੇਰੀ ਫਾਰਮ ਦੇ 3 ਪ੍ਰਮੁੱਖ ਮੁਨਾਫਾਖੋਰ। ਇਸ ਬਾਬਤ ਜੋ ਵੀ ਤੁਹਾਡੇ ਸਵਾਲ ਨੇ ਉਹ ਤੁਸੀਂ ਸਾਡੇ ਤੱਕ ਪਹੁੰਚਾ ਸਕਦੇ ਹੋ। ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰ ਸਕਦੇ ਹੋ ਜਾਂ WhatsApp ਕਰ ਸਕਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਵਿਸ਼ੇ ਬਾਬਤ ਤੁਹਾਡੇ ਸਵਾਲ ਜਾਣੇਗੀ। ਤੁਸੀਂ ਅਗਲੇ ਹਫਤੇ ਵੀ ਵੇਖਣਾ ਨਾ ਭੁੱਲਿਓ ਅਸੀਸ ਡੇਰੀ ਫਾਰਮ ਹੈਲਪਲਾਈਨ, ਪਾਵਰਡ ਬਾय KSA ਸਟ੍ਰॉ ਰੀਪਰ, ਅ ਪ੍ਰੋਡਕਟ ਆਫ KS ਗਰੁੱਪ, ਮਲੇਰਕੋਟਲਾ। ਦਿਓ ਇਜਾਜ਼ਤ, ਰੱਬ ਰਾਖਾ।